ਐਜ਼ ਕਾਉਂਸਲਰ ਜਿਹੜੀ ਲੋਕਾਂ ਦੇ ਵਿੱਚ ਇੱਕ ਡਿਊਟੀ ਹੁੰਦੀ ਹੈ ਜੀ, ਉਹ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਇੱਕ ਤਾਂ ਤੁਸੀਂ ਡਿਵੈਲਪਮੈਂਟ ਦੇ ਕੰਮ ਕਰਕੇ ਦੇਣੇ ਆ, ਇੱਕ ਉਹਨਾਂ ਦੇ ਦੁੱਖ ਸੁੱਖ 'ਚ ਖੜਨਾ ਹੈ। ਥਰਡ, ਆਪਣੇ ਏਰੀਆ ਨੂੰ ਹੋਰ ਅਪਗ੍ਰੇਡ ਜਿੰਨਾ ਕਰ ਸਕੋ ਤੁਸੀਂ ਕਰ ਸਕਦੇ। ਲੇਕਿਨ ਤੁਸੀਂ ਦੇਖੋਗੇ ਮੇਰੇ ਵਾਰਡ ਦਾ ਇੱਕ ਇੱਕ ਪੁਆਇੰਟ, ਮਤਲਬ ਸਾਰੀਆਂ ਚੀਜ਼ਾਂ ਅਸੀਂ ਪੱਕੀਆਂ ਕੀਤੀਆਂ। ਸੜਕਾਂ ਜਿਹੜੀਆਂ ਦੇ ਵਿੱਚ ਖੱਡੇ ਪਏ ਹੋਏ ਸੀਗੇ, ਜਿਹੜੇ ਪਾਰਕ ਸਾਡੇ ਮੇਨਟੇਨ ਨਹੀਂ ਸੀ, ਅਸੀਂ ਮੇਨਟੇਨ ਕੀਤੇ। उस पार्क एक्सट्रा ऑर्डनरी असी झूले लगाए, गेम्स लगाइया, म्यूरल्स लगाए, ਜਿਹੜੇ मेरा ख्याल ਤੁਹਾਨੂੰ किते लुधियाने ते किसी वार्ड 'ਚ नहीं मिलणगे। ਐਜ਼ ਵੈਲ ਐਜ਼ ਸਾਡਾ ਜਿਹੜਾ ਸਲਮ ਏਰੀਆ ਹੈ, ਜੇ ਬਲਾਕ ਹੈ, ਹਾਊਸਿੰਗ ਬੋਰਡ ਹੈ, ਅਸੀਂ ਉਹਦੇ ਨਾਲ ਇੱਕ ਲੇਅਰ ਵੈਲੀ ਡਿਵੈਲਪ ਕੀਤੀ, ਜਿਹਦੇ ਵਿੱਚ ਮਤਲਬ ਅੱਜ ਦੀ ਡੇਟ 'ਚ ਰੋਜ਼ ਸ਼ਾਮ ਨੂੰ 500-700 ਬੰਦਾ ਸੈਰ ਕਰਦਾ। ਅਸੀਂ ਉसी ਪੈਟਰਨ 'ਤੇ ਲੋਧੀ ਕਲੱਬ ਦੇ ਬਿਲਕੁਲ ਓਪੋਜ਼ਿਟ ਸਾਡੇ ਕੋਲ 3-4 ਏਕੜ ਜ਼ਮੀਨ ਪਈ ਸੀ, ਅਸੀਂ ਉਹ ਵੀ ਡਿਵੈਲਪ ਕਰਤੀ ਹੈ, ਜਿਹੜੀ ਮਹੀਨੇ ਡੇਢ ਮਹੀਨੇ ਦੇ ਵਿੱਚ ਚਾਲੂ ਹਾਲਤ 'ਚ ਹੋ ਜਾਏਗੀ। ਮਤਲਬ ਅਸੀਂ ਕਿਸੇ ਬੰਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਜਿਹਨੂੰ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਸੀ ਅਸੀਂ ਆਪਣੇ ਵੱਲੋਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰਾ। ਮਤਲਬ ਚੰਗੇ ਢੰਗ ਨਾਲ, ਸੱਚੇ ਢੰਗ ਨਾਲ ਕੀਤਾ। ਇੱਕ ਤਾਂ ਉਹੀ ਹੁੰਦਾ ਕਿ ਇੱਕ ਤਾਂ ਬਿੰਦੀ ਲਿਪਸਟਿਕ ਲਾ ਕੇ ਸਵਾਰਨਾ, ਇੱਕ ਬਿੰਦੀ ਲਿਪਸਟਿਕ ਨੂੰ ਜਚਾਉਣਾ। ਮਤਲਬ ਅਸੀਂ ਤਾਂ ਆਪਣੇ ਵੱਲੋਂ ਜਚਾਉਣ ਦੀ ਵੀ ਕੋਸ਼ਿਸ਼ ਕੀਤੀ। ਸਾਡੇ ਜੇ ਬਲਾਕ ਦੇ ਪਾਰਕ ਦੇਖ ਲਓ, ਉਹਦੇ ਵਿੱਚ ਵੀ ਉਹੀ ਝੂਲੇ ਲੱਗੇ ਦੇ ਆ। ਸਾਡੇ ਰਾਜਗੁਰੂ ਨਗਰ ਦੇਖ ਲਓਗੇ, ਉਹ ਸੇਮ ਝੂਲੇ ਲੱਗੇ ਹੋਏ ਆ। ਹੁਣ ਤੁਹਾਡਾ ਆਪਣੀ ਵਾਰੀ ਵੀ ਆਉਣ ਵਾਲੀ ਅੱਗੇ, ਫਿਰ ਇੱਕ ਵਾਰੀ ਕਾਉਂਸਲਰ ਦੇ ਇਲੈਕਸ਼ਨ ਨਿਗਮ ਦੇ ਆਉਣ ਵਾਲੇ ਹੈ, ਅਤੇ ਉਹਦੇ ਵਿੱਚ ਗੱਲਬਾਤ ਕਰੀਏ ਵਿਪਕਸ਼ ਦੀ। ਉਹੀ ਝਾੜੂ ਫਿਰ ਵਿਪਕਸ਼ 'ਚ ਖੜਾ ਹੋਏਗਾ। ਉਹਨਾਂ ਦੀ ਕੋਈ ਐਂਟੀ ਇਨਕੰਪੈਂਸੀ ਨਹੀਂ ਹੋਏਗੀ, ਤੁਹਾਡੇ ਕੋਲ ਐਂਟੀ ਇਨਕੰਪੈਂਸੀ ਵੀ ਹੋਏਗੀ, ਕਿਉਂਕਿ ਉਹਨਾਂ ਦੇ ਤਾਂ ਕੋਈ ਕੈਂਡੀਡੇਟ ਹੀ ਨਹੀਂ ਸੀ। ਹੁਣ ਕੈਂਡੀਡੇਟ ਤੁਸੀਂ ਸੀਗੇ, ਤੁਹਾਡੀ ਐਂਟੀ ਇਨਕੰਪੈਂਸੀ ਵੀ ਹੋਊਗੀ, ਅਤੇ ਉਹਨਾਂ ਦੇ ਕੋਲ ਗਿਣਾਉਣ ਲਈ ਕਰਨ ਲਈ ਵਾਅਦੇ ਹੀ ਵਾਅਦੇ ਹੋਣਗੇ, ਅਤੇ ਤੁਹਾਡੇ ਕੋਲ ਕੁਝ ਵੀ ਨਹੀਂ ਹੋਏਗਾ। ਤੁਸੀਂ ਤਾਂ ਇਹ ਹੀ ਦੱਸ ਸਕਦੇ ਹੋ ਕਿ ਭਾਈ ਮੈਂ ਆਹ ਕੀਤਾ ਸੀ, ਮੈਂ ਆਹ ਕੀਤਾ ਹੈਗਾ। ਸੋ ਕਿੱਦਾਂ ਸੋਚਦੇ ਹੋ ਕਿ ਕਿੱਦਾਂ ਆਪਣੇ ਆਪ ਨੂੰ ਪਾਰ ਲਗਾਓਗੇ? ਦੇਖੋ, ਅਸੀਂ ਪਿਛਲੇ 50 ਸਾਲਾਂ ਦੇ ਵਿੱਚ ਜਿੰਨੇ ਵਾਅਦੇ ਲੋਕਾਂ ਨਾਲ ਕੀਤੇ ਸੀਗੇ, ਇੱਕ ਸਵਾਏ ਜੇ ਬਲਾਕ ਦੀਆਂ ਰਜਿਸਟਰੀਆਂ ਜਿਹੜੀਆਂ ਹੈਗੀਆਂ, ਉਹਦੇ ਵਿੱਚ ਵੀ ਟੈਕਨੀਕਲ ਰੀਜ਼ਨ ਹੈ। ਇੱਕ ਕੋਰਟ ਦੇ ਵਿੱਚੋਂ ਸੂਰਿਆਕਾਂਤ ਜੱਜ ਸਾਹਿਬ ਦੀ ਕੋਈ ਜੱਜਮੈਂਟ ਹੈਗੀ ਆ, ਉਹ ਅੜਚਨ ਆ ਰਹੀ ਹੈ। ਬਾਕੀ ਅਸੀਂ ਕੋਈ ਕੰਮ ਛੱਡਿਆ ਨਹੀਂ, ਰਾਦਰ ਜੋ ਲੋਕਾਂ ਨਾਲ ਪ੍ਰੋਮਿਸ ਕੀਤਾ ਜੀ, ਉਸ ਤੋਂ ਫਾਲਤੂ ਉਤਰੇ ਆ। ਕਿ ਤੁਹਾਨੂੰ ਜਿਹੜੀ ਇਹ ਸਿਆਸਤ ਹੈ, ਵਿਰਾਸਤ ਦੇ ਵਿੱਚ ਮਿਲੀ ਹੈ। ਤੁਹਾਡੇ ਦਾਦਾ ਜੀ ਦੇ ਨਾਮ 'ਤੇ ਤੁਸੀਂ ਇੱਕ ਸੜਕ ਬਣਵਾ ਪਾਏ, ਸ਼੍ਰੀ ਸਰਦਾਰੀ ਲਾਲ ਕਪੂਰ, ਤੁਸੀਂ ਮਾਰਗ ਬਣਵਾਤਾ। ਪਰ ਜੇ ਗੱਲਬਾਤ ਕਰੀਏ, ਲੋਕ ਇਹ ਕਹਿੰਦੇ ਹੈ ਕਿ ਉੱਥੇ ਵੀ ਟੈਕਨੀਕਲ ਫਾਲਟ ਹੋਣ ਦੇ ਕਾਰਨ ਜਿੱਥੇ ਉਹਨਾਂ ਦਾ ਨੀਂਹ ਪੱਥਰ ਲੱਗਾ, ਉਹ ਉੱਥੇ ਹਰ ਵੇਲੇ ਪਾਣੀ ਹੀ ਖੜਾ ਰਹਿੰਦਾ ਹੈ। ਸਰ, ਇਹਦੇ ਵਿੱਚ ਪ੍ਰੋਬਲਮ ਕਿੱਥੇ ਹੈ ਕਿ ਜਿਹੜਾ ਸਾਡਾ ਸੀਵਰੇਜ ਸਿਸਟਮ ਹੈ, ਉਹ ਸੀਵਰੇਜ ਸਿਸਟਮ ਬਰਸਾਤਾਂ ਦੇ ਵਿੱਚ ਓਵਰਲੋਡਡ ਹੈ। ਜਿਹੜਾ ਟ੍ਰੀਟਮੈਂਟ ਪਲਾਂਟ ਹੁਣ ਅਸੀਂ ਲਗਾਉਣ ਜਾ ਰਹੇ ਆ, ਕਾਰਪੋਰੇਸ਼ਨ ਲੈਵਲ ਦੇ ਉੱਪਰ ਵੱਡਾ ਕਰ ਰਹੇ ਆ ਉਹਨੂੰ, ਉਹ ਜਦੋਂ ਹੋਏਗਾ ਸੀਵਰੇਜ ਦੀ ਜਿਹੜੀ ਕਪੈਸਿਟੀ ਉਹ ਵਧੇਗੀ, ਉਹਨਾਂ ਹੀ ਸਾਰੀਆਂ ਚੀਜ਼ਾਂ ਸੋਲਵ ਹੋਣੀਆਂ। ਇਕੱਲੀ ਇੱਕ ਮੇਰੇ ਇਸ ਰੋਡ ਬਣਾਉਣ ਨਾਲ ਜਾਂ ਉਹਨਾਂ ਸੀਵਰੇਜ ਸਿਸਟਮ ਠੀਕ ਨਹੀਂ ਹੋ ਸਕਦਾ। ਸੀਵਰੇਜ ਸਿਸਟਮ ਤਾਂ ਸਾਰੇ ਲੁਧਿਆਣੇ ਦਾ, ਉਹ ਜਿਹੜੇ ਟ੍ਰੀਟਮੈਂਟ ਪਲਾਂਟ ਆ ਉਹਨਾਂ ਨਾਲ ਚੱਲਣਾ ਜੀ। ਨਹਿਰੀ ਪਾਣੀ ਦਾ ਟੈਂਡਰ ਵੀ ਨਹੀਂ ਕਰਵਾ ਪਾਏ, ਜਿਹੜਾ ਕਿ ਤੁਹਾਡਾ VIP ਮੰਤਰੀ ਹੋਵੇ, ਸਭ ਕੁਝ ਹੋਵੇ, ਤੁਹਾਡੇ ਵਾਰਡ ਨੂੰ ਵੀ ਪਾਣੀ ਮਿਲਣਾ ਸੀ। ਨਹਿਰੀ ਪਾਣੀ ਦਾ ਟੈਂਡਰ ਹੀ ਨਹੀਂ ਕਰਵਾ ਪਾਏ। ਦੱਸੋ ਭਾਜੀ, ਸਾਡਾ ਮੂੰਹ ਨਾ ਖੁਲਵਾਓ, ਤੁਸੀਂ ਫੇਰ ਕਹੋਗੇ ਕਿ ਪੁੱਛਦਾ ਸਵਾਲ ਬੜੇ ਪੁੱਛਦਾ। ਉਹ ਵੱਡੇ ਲੈਵਲ ਦੀਆਂ ਗੱਲਾਂ, ਮੈਂ ਤਾਂ ਸਿਰਫ ਵਾਰਡ ਲੈਵਲ ਤੱਕ ਸੀਮਤ ਹਾਂ। ਸਰਦਾਰੀ ਲਾਲ ਕਪੂਰ ਜੀ ਤੋਂ ਵੱਡਾ ਲੈਵਲ ਕਿਹੜਾ ਸੀਗਾ ਲੁਧਿਆਣੇ? ਨਮਸਕਾਰ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਦੋਸਤੋ, ਵਿਰਾਸਤ ਮੇਂ ਸਿਆਸਤ, ਜੀ ਹਾਂ, ਵਿਰਾਸਤ ਮੇਂ ਸਿਆਸਤ। ਸੁਨੀਲ ਕਪੂਰ ਜੀ, ਜਿਨ੍ਹਾਂ ਦੇ ਦਾਦਾ ਜੀ ਸਵਰਗੀਏ ਸਰਦਾਰੀ ਲਾਲ ਕਪੂਰ, ਜੋ ਕਿ ਕਿਸੇ ਇੰਟਰੋਡਕਸ਼ਨ ਦੇ, ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹੈ, ਉਹਨਾਂ ਦੀ ਪੁੱਤਰਵਧੂ ਸ਼੍ਰੀਮਤੀ ਸੀਮਾ ਕਪੂਰ ਵਾਰਡ ਨੰਬਰ 73 ਤੋਂ ਐਜ਼ ਏ ਕਾਉਂਸਲਰ ਰਹੇ। ਕਿਤੇ ਨਾ ਕਿਤੇ ਜੇ ਇਹ ਵੀ ਗੱਲ ਸੱਚੀ ਹੈ ਕਿ ਕਾਉਂਸਲਰ ਦੇ ਵਿੱਚ ਇਹਨਾਂ ਨੂੰ ਮੈਂਡੇਟ ਦਿੱਤਾ ਗਿਆ ਸੀ, ਵਿਧਾਇਕੀ ਦੇ ਇਲੈਕਸ਼ਨਾਂ ਤੱਕ ਉਹ ਮੈਂਡੇਟ ਕਾਇਮ ਨਹੀਂ ਰਹਿ ਪਾਇਆ। ਸੋ ਇਹ ਸਾਰੇ ਬਹੁਤ ਸਾਰੇ ਹੋਰ ਵੀ ਸਵਾਲਾਂ ਦੇ ਨਾਲ ਅੱਜ ਇੱਕ ਵਾਰੀ ਰੂਬਰੂ ਹੋਣਾ ਹੈ ਸੁਨੀਲ ਕਪੂਰ ਜੀ ਨਾਲ, ਜਿਹੜੇ ਕਿ ਸੀਮਾ ਕਪੂਰ ਜੀ ਦੇ ਪਤੀ ਹੈ। ਵਾਰਡ ਨੰਬਰ 73 ਦੀ ਗੱਲਬਾਤ ਕਰਾਂਗੇ ਅੱਜ ਇਹਨਾਂ ਦੇ ਨਾਲ ਰੂਬਰੂ ਹੋਣੇ। ਸਰ ਨਮਸਕਾਰ। ਨਮਸਕਾਰ ਸਰ ਸੰਦੀਪ ਜੀ, ਨਮਸਕਾਰ। ਸਾਰੀ ਜਨਤਾ ਜਿਹੜੀ ਇਹ ਦੇਖ ਰਹੀ, ਉਹਨਾਂ ਨੂੰ ਵੀ ਮੇਰਾ ਬਹੁਤ ਬਹੁਤ ਨਮਸਕਾਰ। ਸਰ, ਜਨਤਾ ਨੇ ਤਾਂ ਤੁਹਾਨੂੰ ਜਿਤਾਇਆ ਸੀਗਾ,
ਵਾਰਡ ਨੰਬਰ 73 ਸਭ ਤੋਂ ਕਹਿ ਲਈਏ ਪੌਸ਼ ਇਲਾਕਾ ਦੇ ਹੋਣ ਦੇ ਨਾਲ ਇੱਥੇ ਕੁਝ ਪਾਕਟਸ ਇਹੋ ਜਿਹੀਆਂ ਵੀ ਆ ਆਊਟਰ ਸਕਰਟਸ ਆ ਜਿਹਦੇ ਵਿੱਚ ਜਿਹੜੇ ਹੋਰ ਜਿਹੜੇ ਹੈਗੇ ਆ ਹਰ ਤਰ੍ਹਾਂ ਦੇ ਲੋਕ ਆ। ਸਲਮ ਇਲਾਕਾ ਵੀ ਤੁਹਾਡੇ ਵਿੱਚ ਆਉਂਦਾ। ਸੋ ਜਿੱਥੇ ਪੌਸ਼ ਇਲਾਕਾ ਦੇ ਲੋਕ ਇਹ ਸੋਚਦੇ ਸੀਗੇ ਕਿ ਸਾਨੂੰ ਕੋਈ ਐਕਸਟਰਾ ਐਡਵਾਂਟੇਜ ਮਿਲੇ, ਕਿਉਂਕਿ ਉਹ ਕਹਿੰਦੇ ਸਪੈਸ਼ਲ ਫੀਲ ਹੋਵੇ, ਸਪੈਸ਼ਲ ਸਰਵਿਸਿਜ਼ ਮਿਲਣ, ਜਿੱਥੇ ਤੁਸੀਂ ਉਹਨਾਂ ਦੀ ਜਿਹੜੀ ਸ਼ਾਇਦ ਉਮੀਦਾਂ 'ਤੇ ਪੂਰੇ ਨਹੀਂ ਉਤਰੇ, ਉੱਥੇ ਸਲਮ ਨੂੰ ਵੀ ਕੋਈ ਬਹੁਤ ਜ਼ਿਆਦਾ ਮਾਡਲ ਨਹੀਂ ਬਣਾ ਪਾਏ। ਜਿਵੇਂ ਅਸੀਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਮਾਡਲ ਜੇ ਸਮਾਰਟ ਸਿਟੀ ਬਣਾਉਣ ਦੀ ਲੋੜ ਸੀਗੀ ਤਾਂ ਚੌੜਾ ਬਾਜ਼ਾਰ ਬਣਾਉਣ ਦੀ ਲੋੜ ਸੀ, ਪੁਰਾਣੇ ਬਾਜ਼ਾਰ ਨੂੰ ਬਣਾਉਣ ਦੀ ਲੋੜ ਸੀ। ਆਪਾਂ ਮਾਡਲ ਜਿਹੜੇ ਆਲਰੇਡੀ ਵਧੀਆ ਡਿਵੈਲਪ ਏਰੀਆ ਸੀ ਉਹਨਾਂ ਨੂੰ ਹੀ ਸਮਾਰਟ ਸਿਟੀ ਬਣਾਤਾ। ਸੋ ਉਹ ਸਾਰੀਆਂ ਗੱਲਾਂ ਅੱਜ ਤੁਹਾਡੇ 'ਤੇ ਵੀ ਲਾਈਜ਼ ਹੁੰਦੀਆਂ। ਸੋ ਕੀ ਕਹਿਣਾ ਚਾਹੋਗੇ? ਸੰਦੀਪ ਜੀ ਦੇਖੋ, ਐਜ਼ ਕਾਉਂਸਲਰ ਜਿਹੜੀ ਲੋਕਾਂ ਦੇ ਵਿੱਚ ਇੱਕ ਡਿਊਟੀ ਹੁੰਦੀ ਹੈ ਜੀ, ਉਹ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਇੱਕ ਤਾਂ ਤੁਸੀਂ ਡਿਵੈਲਪਮੈਂਟ ਦੇ ਕੰਮ ਕਰਕੇ ਦੇਣੇ ਆ, ਇੱਕ ਉਹਨਾਂ ਦੇ ਦੁੱਖ ਸੁੱਖ 'ਚ ਖੜਨਾ ਹੈ, ਥਰਡ ਆਪਣੇ ਏਰੀਏ ਨੂੰ ਹੋਰ ਅਪਗ੍ਰੇਡ ਜਿੰਨਾ ਕਰ ਸਕੋ ਤੁਸੀਂ ਕਰ ਸਕਦੇ। ਮਤਲਬ ਮੇਰੀ ਟਰਾਈ ਲੋਕਾਂ ਨੇ ਕਿੰਨਾ ਪਸੰਦ ਕੀਤਾ ਨਹੀਂ ਕੀਤਾ ਇਹ ਲੋਕਾਂ ਦੇ ਵਿੱਚ ਹੈ। ਲੇਕਿਨ ਤੁਸੀਂ ਦੇਖੋਗੇ ਮੇਰੇ ਵਾਰਡ ਦਾ ਇੱਕ ਇੱਕ ਪੁਆਇੰਟ, ਮਤਲਬ ਸਾਰੀਆਂ ਚੀਜ਼ਾਂ ਅਸੀਂ ਪੱਕੀਆਂ ਕੀਤੀਆਂ। ਸੜਕਾਂ ਜਿਹੜੀਆਂ ਦੇ ਵਿੱਚ ਖੱਡੇ ਪਏ ਹੋਏ ਸੀਗੇ, ਜਿਹੜੇ ਪਾਰਕ ਸਾਡੇ ਮੇਨਟੇਨ ਨਹੀਂ ਸੀ ਅਸੀਂ ਮੇਨਟੇਨ ਕੀਤੇ। ਉਸ ਪਾਰਕਾਂ 'ਚ ਐਕਸਟਰਾ ਆਰਡੀਨਰੀ ਅਸੀਂ ਝੂਲੇ ਲਗਾਏ, ਗੇਮਸ ਲਗਾਈਆਂ, ਮਿਊਰਲਸ ਲਗਾਏ, ਜਿਹੜੇ ਮੇਰਾ ਖਿਆਲ ਤੁਹਾਨੂੰ ਕਿਤੇ ਲੁਧਿਆਣੇ ਦੇ ਕਿਸੇ ਵਾਰਡ 'ਚ ਨਹੀਂ ਮਿਲਣਗੇ। ਐਜ਼ ਵੈਲ ਐਜ਼ ਸਾਡਾ ਜਿਹੜਾ ਸਲਮ ਏਰੀਆ ਹੈ, ਜੇ ਬਲਾਕ ਹੈ, ਹਾਊਸਿੰਗ ਬੋਰਡ ਹੈ, ਅਸੀਂ ਉਹਦੇ ਨਾਲ ਇੱਕ ਲੇਅਰ ਵੈਲੀ ਡਿਵੈਲਪ ਕੀਤੀ, ਜਿਹਦੇ ਵਿੱਚ ਮਤਲਬ ਅੱਜ ਦੀ ਡੇਟ 'ਚ ਰੋਜ਼ ਸ਼ਾਮ ਨੂੰ 500-700 ਬੰਦਾ ਸੈਰ ਕਰਦਾ। ਅਸੀਂ ਉਸੇ ਪੈਟਰਨ 'ਤੇ ਲੋਧੀ ਕਲੱਬ ਦੇ ਬਿਲਕੁਲ ਓਪੋਜ਼ਿਟ ਸਾਡੇ ਕੋਲ 3-4 ਏਕੜ ਜ਼ਮੀਨ ਪਈ ਸੀ, ਅਸੀਂ ਉਹ ਵੀ ਡਿਵੈਲਪ ਕਰਤੀ ਹੈ, ਜਿਹੜੀ ਮਹੀਨੇ ਡੇਢ ਮਹੀਨੇ ਦੇ ਵਿੱਚ ਚਾਲੂ ਹਾਲਤ 'ਚ ਹੋ ਜਾਏਗੀ। ਮਤਲਬ ਅਸੀਂ ਕਿਸੇ ਬੰਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਜਿਹਨੂੰ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਸੀ ਅਸੀਂ ਆਪਣੇ ਵੱਲੋਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰਾ। ਇੱਦਾਂ ਹੀ ਸਾਡੇ ਬਲਾਕ ਦੇ ਵਿੱਚ ਏਰੀਆ ਦੇ ਵਿੱਚ ਜੀ ਬਲਾਕ ਪੈਂਦਾ, ਐਚ ਬਲਾਕ ਪੈਂਦਾ, ਰਣਧੀਰ ਸਿੰਘ ਨਗਰ ਦਾ ਇਹ ਬਲਾਕ ਪੈਂਦਾ। ਸਾਡੀ ਕੋਈ ਕਿਤੇ ਪ੍ਰੋਬਲਮ ਨਹੀਂ ਹੈ, ਹਰ ਜਗ੍ਹਾ ਜਿਹੜੀ ਪ੍ਰੋਬਲਮ ਹੈ ਅਸੀਂ ਸੋਲਵ ਕੀਤੀ ਹੈ। ਸਾਡੇ ਜੀ ਬਲਾਕ 'ਚ ਪਾਣੀ ਬਹੁਤ ਆਉਂਦਾ ਸੀ, ਬਰਸਾਤੀ ਪਾਣੀ, ਅਸੀਂ ਉਹ ਇੱਕ ਓਪਨ ਨਾਲਾ ਸਨੇਤ ਵਾਲੇ ਪਾਸਿਓਂ ਕਰਕੇ ਕੀਤਾ। ਉਹਨਾਂ ਪਾਣੀ ਦਾ ਫਲੋ ਘਟਿਆ ਲੇਕਿਨ ਹਲੇ ਪੂਰਾ ਖਤਮ ਨਹੀਂ ਹੋਇਆ। ਉਹ ਜਦੋਂ ਹੁਣ ਟ੍ਰੀਟਮੈਂਟ ਪਲਾਂਟ ਲੱਗ ਜਾਏਗਾ ਸ਼ਾਇਦ ਉਹ ਵੀ ਖਤਮ ਹੋ ਜਾਏਗਾ। ਮਤਲਬ ਆਪਣੇ ਵੱਲੋਂ ਕੋਈ ਪ੍ਰੋਬਲਮ ਜਿਹੜੀ ਲੋਕਾਂ 'ਚ ਸੀ ਉਹ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ, ਉਹਨੂੰ ਸੋਲਵ ਵੀ ਕੀਤਾ ਔਰ ਮਤਲਬ ਚੰਗੇ ਢੰਗ ਨਾਲ ਸੁਚੱਜੇ ਢੰਗ ਨਾਲ ਕੀਤਾ। ਇੱਕ ਤਾਂ ਉਹੀ ਹੁੰਦਾ ਕਿ ਇੱਕ ਤਾਂ ਬਿੰਦੀ ਲਿਪਸਟਿਕ ਲਾ ਕੇ ਸਵਾਰਨਾ, ਇੱਕ ਬਿੰਦੀ ਲਿਪਸਟਿਕ ਨੂੰ ਜਚਾਉਣਾ। ਮਤਲਬ ਅਸੀਂ ਤਾਂ ਆਪਣੇ ਵੱਲੋਂ ਜਚਾਉਣ ਦੀ ਵੀ ਕੋਸ਼ਿਸ਼ ਕੀਤੀ। ਸਾਡੇ ਜੇ ਬਲਾਕ ਦੇ ਪਾਰਕ ਦੇਖ ਲਓ, ਉਹਦੇ ਵਿੱਚ ਵੀ ਉਹੀ ਝੂਲੇ ਲੱਗੇ ਦੇ ਆ। ਸਾਡੇ ਰਾਜਗੁਰੂ ਨਗਰ ਦੇਖ ਲਓਗੇ ਉਹ ਸੇਮ ਝੂਲੇ ਲੱਗੇ ਹੋਏ ਆ। ਅਸੀਂ ਉਹ ਮਤਲਬ ਹਰ ਚੀਜ਼ ਇਕੁਐਲਿਟੀ 'ਚ ਵੰਡੀ ਹੈ ਔਰ ਸੋਹਣਾ ਬਣਾਉਣ ਦੀ ਕੋਸ਼ਿਸ਼। ਕਪੂਰ ਸਾਹਿਬ, ਮੇਰਾ ਕੁਐਸਚਨ ਇਹੀ ਤਾਂ ਤੁਸੀਂ ਸੁਣਿਆ ਨਹੀਂ, ਮੈਂ ਇਹੀ ਤਾਂ ਕਿਹਾ ਜਿਹੜਾ ਤਾਂ ਸੀਗਾ ਪੌਸ਼ ਇਲਾਕਾ, ਉਹਨਾਂ ਨੂੰ ਇਹ ਸੀਗਾ ਕਿ ਸਾਨੂੰ ਸਪੈਸ਼ਲ ਫੀਲਿੰਗ ਮਿਲੇ, ਮਤਲਬ ਸਪਾ ਵੀ ਮਿਲੇ, ਸੋਨਾ ਬਾਥ ਵੀ ਮਿਲੇ ਉਹਨਾਂ ਨੂੰ। ਤਾਂ ਕਿਉਂਕਿ ਜਿਹੜਾ ਪ੍ਰੀਮੀਅਮ ਜੈਂਟਰੀ ਕਲਾਇੰਟ ਸੀ, ਜਿੱਥੇ ਜੈਂਟਰੀ ਏਰੀਆ ਸੀਗਾ, ਉਹਨਾਂ ਨੂੰ ਤਾਂ ਦੇਖੋ ਤੁਸੀਂ ਕਾਮਨ ਵਾਲੇ ਝੂਲੇ ਦੇ ਦੋਗੇ ਉਹਨਾਂ ਨੂੰ ਫਾਇਦਾ ਨਹੀਂ। ਉਹ ਤਾਂ ਕਹਿੰਦੇ ਸਾਨੂੰ ਸਾਡੇ ਸਟੇਟਸ ਦੇ ਹਿਸਾਬ ਨਾਲ, ਸਾਡੇ ਲੈਵਲ ਦੇ ਹਿਸਾਬ ਨਾਲ ਦਿਓ। ਤਾਂ ਇਹ ਤਾਂ ਕਹਿ ਰਹੇ ਕਿ ਜਿਹੜਾ ਤੁਹਾਨੂੰ ਪ੍ਰੀਮੀਅਮ ਇਲਾਕਾ ਮਿਲਿਆ ਉਹਨੂੰ ਤੁਸੀਂ ਕੋਈ ਐਕਸਟਰਾ ਸਰਵਿਸ ਨਹੀਂ ਦੇ ਪਾਏ, ਅਤੇ ਜਿਹੜਾ ਤੁਹਾਨੂੰ ਨਾਰਮਲ ਸਲਮ ਮਿਲਿਆ ਉਹਨੂੰ ਤੁਸੀਂ ਜਿਹੜਾ ਸਮਾਰਟ ਸਿਟੀ ਦੀ ਤਰ੍ਹਾਂ ਵਿਕਸਿਤ ਨਹੀਂ ਕਰ ਪਾਏ। ਇਹੀ ਤਾਂ ਅਸੀਂ ਤੁਹਾਨੂੰ ਕਹਿ ਰਹੇ। ਤੁਸੀਂ ਕਹਿ ਰਹੇ ਹੋ ਮੈਂ ਇਕੁਐਲਿਟੀ ਤਾਂ ਚਾਹੀਦੀ ਨਹੀਂ ਸੀ ਉਹਨਾਂ ਨੂੰ। ਉਹਨਾਂ ਦੇ ਹਿਸਾਬ ਨਾਲ ਟਰੀਟਮੈਂਟ 5 ਸਟਾਰ ਦੇ ਵਿੱਚ ਜਾ ਕੇ ਤੁਸੀਂ ਕਹੋ ਕਿ ਮੈਂ ਇੱਕ ਢਾਬੇ ਵਾਲਾ ਰੋਟੀ ਖਵਾ ਦਾਂ, ਅਤੇ ਨਾ ਤਾਂ ਢਾਬੇ ਵਾਲਾ ਖੁਸ਼ ਹੋਇਆ ਅਤੇ ਨਾ ਉਹ ਹੋਇਆ। ਸੋ ਇਹੀ ਤਾਂ ਅਸੀਂ ਤੁਹਾਨੂੰ ਪੁੱਛ ਰਹੇ ਹਾਂ। ਨਹੀਂ, ਤੁਸੀਂ ਸਾਡੇ ਰਾਜਗੁਰੂ ਨਗਰ ਦੇ, ਜੇ ਬਲਾਕ ਦੇ, ਹਾਊਸਿੰਗ ਬੋਰਡ ਦੇ, ਐਚ ਬਲਾਕ ਦੇ, ਜੀ ਬਲਾਕ ਦੇ ਪਾਰਕ ਦੇਖੋਗੇ ਉਹ ਐਜ਼ ਇਟ ਇਜ਼ ਉੱਦਾਂ ਹੀ ਡਿਵੈਲਪ ਹੋਏ ਦੇ ਜਿੱਦਾਂ ਹੋਣੇ ਚਾਹੀਦੇ ਆ। ਹੁਣ ਰਾਜਗੁਰੂ ਨਗਰ ਦੇ ਵਿੱਚ ਇੱਕ ਸਾਡੇ ਕੋਲ ਪਿੰਕ ਫਲੈਟਸ ਵਾਲੀ ਜਗ੍ਹਾ ਜਿਸ 'ਚ ਬਹੁਤ ਵੱਡਾ ਇੱਕ ਪਾਰਕ ਹੈ, ਅਸੀਂ ਉੱਥੇ ਬਹੁਤ ਵੱਡੀ ਵਾਟਰਫਾਲ ਬਣਾ ਰਹੇ ਹਾਂ। ਮਤਲਬ ਉਹ ਦੇਖਣ ਵਾਲੀ ਹੋਏਗੀ, ਮਤਲਬ ਹਰ ਚੀਜ਼ ਹੈ। ਮਤਲਬ ਹਰ ਸਾਡੇ ਐਂਟਰੀ ਪੁਆਇੰਟ ਦੇ ਉੱਪਰ ਵੈਲਕਮ ਦਾ ਗੇਟ ਲਗਾਇਆ, ਮਤਲਬ ਕਿਸੇ ਵਾਰਡ ਨੇ ਨਹੀਂ ਹਾਲੇ ਤੱਕ ਲਗਾਇਆ। ਇਹ 'ਤੇ ਹਰ ਕੰਮ ਕਰੀ ਜਾ ਰਹੇ ਹੋ। ਬਾਕੀ ਤਾਂ ਜਨਤਾ ਜਨਾਰਦਨ ਹੈ ਸਰ, ਉਹਨੂੰ ਕੀ ਪਸੰਦ ਆਇਆ ਨਹੀਂ ਪਸੰਦ ਆਇਆ ਉਹ ਉਹਦੇ ਉੱਤੇ ਹੈ। ਮੈਂ ਆਪਣੇ ਵੱਲੋਂ ਜਿੰਨਾ ਮੈਕਸੀਮਮ ਕੰਮ ਕਰ ਸਕਦਾ। ਸਾਡੇ ਕਿਸੇ ਪਾਰਕ ਦੇ ਵਿੱਚ ਤੁਹਾਨੂੰ ਕਨੋਪੀ ਤੋਂ ਬਿਨਾਂ ਨਹੀਂ ਦਿਖੂਗਾ, ਸਟੀਲ ਦੇ ਬੈਂਚਿਸ ਮਿਲਣਗੇ, ਸਾਫ਼ ਸੁਥਰੇ ਪਾਰਕ ਮਿਲਣਗੇ। ਜਿਹੜੇ ਸਾਡੇ ਸਿਰਫ ਪੈਸੇ ਦੇਣ ਦਾ ਸਹਿਯੋਗ ਹੈ ਔਰ ਲੋਕਾਂ ਦਾ ਸਹਿਯੋਗ ਉਸ ਨੂੰ ਵੀ ਬੈਟਰ ਮਿਲ ਰਿਹਾ ਸਾਨੂੰ। ਅਗਰ ਅਸੀਂ ਚੀਜ਼ ਬਣਾਈ ਹੈ ਤਾਂ ਲੋਕਾਂ ਨੇ ਉਹਨੂੰ ਬਾਖੂਬੀ ਸੰਭਾਲੀ ਹੈ ਜੀ। ਮਤਲਬ ਇੱਕ ਤੁਸੀਂ ਜਿਹੜਾ ਕਹਿ ਰਹੇ ਹੋ ਲੋਕ ਪੋਸ਼ ਇਲਾਕੇ ਵਾਲੇ ਖੁਸ਼ ਨਹੀਂ ਹੈ, ਫਿਰ ਉਹ ਖੁਸ਼ ਨਾ ਹੁੰਦੇ ਤੇ ਉਹ ਚੀਜ਼ ਨੂੰ ਸੰਭਾਲ ਦੇਣਾ, ਉਹ ਤੇ ਉਹਨਾਂ ਨੂੰ ਆਪਣੇ ਸਾਡੇ ਨਾਲ ਬੈਟਰ ਸੰਭਾਲ ਰਹੇ ਆ। ਓਕੇ, ਗੱਲਬਾਤ ਕਰੀਏ ਕਪੂਰ ਸਾਹਿਬ, ਜੇ ਗੱਲਬਾਤ ਕਰੀਏ ਤਾਂ ਤੁਹਾਡੇ ਇਲਾਕੇ ਦੇ ਵਿੱਚ, ਤੁਹਾਡਾ ਇਲਾਕਾ VIP ਮੰਤਰੀ ਦਾ ਇਲਾਕਾ ਸੀ। ਸੋ ਤੁਹਾਡੇ
ਉਮੀਦ ਹੈ ਕਿ ਸਾਰੇ ਕੰਮ ਉਦੋਂ ਫਟਾਫਟ ਹੋਏ ਜਿੱਦਾਂ ਤੁਸੀਂ ਇੱਕ ਪ੍ਰਾਊਡਲੀ ਫੀਲ ਵੀ ਕਰ ਰਹੇ ਹੋ ਕਿ ਮੇਰੇ ਆਹ ਵੀ ਕੰਮ ਮੈਂ ਕਰਾਇਆ, ਆਹ ਵੀ ਕਰਾਇਆ, ਅਤੇ ਕਿਤੇ ਨਾ ਕਿਤੇ ਮੰਤਰੀ ਸਾਹਿਬ ਨੇ ਹਾਮੀ ਭਰੀ, ਉਹਨਾਂ ਨੇ ਮੈਂਡੇਟ ਦਿੱਤਾ, ਉਹ ਤੁਹਾਨੂੰ ਓਕੇ ਕਰੀ ਗਏ, ਥਾਪੀ ਦਈ ਗਏ ਅਤੇ ਤੁਹਾਡੇ ਕੰਮ ਹੋਏ ਗਏ। ਪਰ ਫਿਰ ਵੀ ਜਦ ਇੰਨੇ ਸਾਰੇ ਕੰਮ VIP ਇਲਾਕਾ ਸਭ ਕੁਝ ਟਰੀਟਮੈਂਟ ਮਿਲਿਆ, ਤੁਸੀਂ ਕਹਿ ਰਹੇ ਹੋ ਮੈਂ ਪ੍ਰਾਊਡਲੀ ਇੰਨੇ ਕੰਮ ਵੀ ਕੀਤੇ, ਫਿਰ ਕੀ ਰੀਜ਼ਨ ਰਿਹਾ ਕਿ ਤੁਹਾਨੂੰ ਜਿਸ ਇੱਕ ਮੈਜੋਰਟੀ ਨਾਲ ਜਿਤਾਇਆ ਗਿਆ ਸੀ, ਜਦੋਂ ਵਿਧਾਇਕੀ ਦਾ ਇਲੈਕਸ਼ਨ ਆਇਆ ਉਦੋਂ ਆਉਂਦੇ ਆਉਂਦੇ ਤੱਕ ਉਹ ਗ੍ਰਾਫ ਤੁਹਾਡਾ ਇੰਨਾ ਕਿਉਂ ਗਿਰਿਆ ਕਿ ਉਸ ਵਿਧਾਇਕ ਦੀ ਸੀਟ ਦੇ ਵਿੱਚ ਆਪਾਂ ਬਹੁਤ ਵਧੀਆ ਇੰਪੋਰਟੈਂਟ ਰੋਲ ਨਹੀਂ ਨਿਭਾ ਪਾਏ, ਉਲਟਾ ਇਸ ਅਵਾਰਡ ਤੋਂ ਤਾਂ ਹਾਰੇ ਹੀ ਹੈ? ਸੰਦੀਪ ਜੀ, ਇਹ ਗੱਲ ਦੇ ਵਿੱਚ ਰਿਐਲਿਟੀ ਹੈ। ਦੇਖੋ, ਇਹਦੀ ਵਾਰਡ ਹਾਰੇ ਆ, ਇਸ ਵਿੱਚ ਕੋਈ ਨਹੀਂ ਹੈ ਮਤਲਬ, ਲੇਕਿਨ ਉਹਦੇ ਵਿੱਚ ਬੇਸਿਕ ਰੀਜ਼ਨ ਕੁਝ ਹੋਰ ਲੱਗ ਰਿਹਾ ਜੋ ਮੇਰੀ ਸੋਚ ਹੈ, ਬਾਕੀ ਮੈਨੂੰ ਨਹੀਂ ਸਮਝ ਲੱਗ ਰਹੀ ਕੀ ਹੈ। ਲੋਕ ਇਸ ਗੱਲ ਦੇ ਵਿੱਚ ਥਰਡ ਆਪਸ਼ਨ ਲੱਭ ਰਹੇ ਸੀ, ਅਕਾਲੀ ਕਾਂਗਰਸ ਤੋਂ ਬਿਨਾਂ ਵੀ ਇੱਕ ਆਪਸ਼ਨ ਇੱਕ ਟਰਾਈ ਕਰਨਾ ਚਾਹੁੰਦੇ ਸੀ, ਜਿਹੜੀ ਲੋਕਾਂ ਨੇ ਟਰਾਈ ਕੀਤੀ ਹੈ, ਹੁਣ ਆਪ ਨੂੰ ਵੋਟਾਂ ਪਾਈਆਂ, ਉਹ ਹਾਰ ਦੇ ਵਿੱਚ ਸਾਡੀ ਹਾਰ ਵੀ ਹੋਈ ਹੈ। ਮਤਲਬ ਅਦਰਵਾਈਜ਼ ਅਗਰ ਕੋਈ ਸਪੈਸ਼ਲਾਈਜ਼ਡ ਕੋਈ ਸਾਡੀ ਹਾਰ ਦਾ ਰੀਜ਼ਨ ਹੈ, ਉਹ ਨਹੀਂ ਹੈ, ਇਹ ਆਪਸ਼ਨ ਦੇ ਵਿੱਚ ਹੀ ਹੈ। ਲੇਕਿਨ ਮੇਰੇ ਖਿਆਲ ਨਾਲ ਆਪਸ਼ਨ ਵੀ ਉਹ ਲੋਕਾਂ ਨੇ ਹੁਣ ਚੈੱਕ ਕਰ ਲਈ, 2-2.5 ਮਹੀਨੇ ਚ ਵੀ ਮੋਹ ਭੰਗ ਹੋ ਰਿਹਾ ਜੀ। ਕੰਮ ਤੇ ਪੈਸੇ ਵਾਲਾ ਪੈਸੇ ਨਹੀਂ ਹੋਣਾ ਸਰ ਮੈਂ ਪੁੱਛਣਾ ਚਾਹਾਂਗਾ ਕਿ ਹੁਣ ਚਲੋ ਤੁਸੀਂ ਮੰਨਿਆ ਇਸ ਚੀਜ਼ ਨੂੰ, ਬਹੁਤ ਵੱਡੀ ਗੱਲ ਹੈ ਮੰਨਣਾ ਵੀ ਕਿ ਹਾਂ ਕਿਤੇ ਹਾਰ ਹੋਈ ਹੈ, ਤਾਂ ਜੋ ਸੱਚਾਈ ਹੈ ਉਹ ਤਾਂ ਹੈ। ਹੁਣ ਮੈਂ ਇਹ ਪੁੱਛਣਾ ਚਾਹਾਂਗਾ ਕਿ ਅੱਜ ਤੁਹਾਡਾ ਸਿੱਧਾ ਫਿਰ ਹੁਣ ਤੁਹਾਡਾ ਆਪਣੀ ਵਾਰੀ ਵੀ ਆਉਣ ਵਾਲੀ ਹੈ ਅੱਗੇ, ਫਿਰ ਇੱਕ ਵਾਰੀ ਕਾਉਂਸਲਰ ਦੇ ਇਲੈਕਸ਼ਨ ਨਿਗਮ ਦੇ ਆਉਣ ਵਾਲੇ ਹੈ, ਅਤੇ ਉਹਦੇ ਵਿੱਚ ਗੱਲਬਾਤ ਕਰੀਏ ਵਿਪਕਸ਼ ਦੀ, ਉਹੀ ਝਾੜੂ ਫਿਰ ਵਿਪਕਸ਼ 'ਚ ਖੜਾ ਹੋਏਗਾ, ਉਹਨਾਂ ਦੀ ਕੋਈ ਐਂਟੀ ਇਨਕੰਪੈਂਸੀ ਨਹੀਂ ਹੋਏਗੀ, ਤੁਹਾਡੇ ਕੋਲ ਐਂਟੀ ਇਨਕੰਪੈਂਸੀ ਵੀ ਹੋਏਗੀ ਕਿਉਂਕਿ ਉਹਨਾਂ ਦੇ ਤਾਂ ਕੋਈ ਕੈਂਡੀਡੇਟ ਹੀ ਨਹੀਂ ਸੀ। ਹੁਣ ਕੈਂਡੀਡੇਟ ਤੁਸੀਂ ਸੀਗੇ, ਤੁਹਾਡੀ ਐਂਟੀ ਇਨਕੰਪੈਂਸੀ ਵੀ ਹੋਊਗੀ, ਅਤੇ ਉਹਨਾਂ ਦੇ ਕੋਲ ਗਿਣਾਉਣ ਲਈ ਕਰਨ ਲਈ ਵਾਅਦੇ ਹੀ ਵਾਅਦੇ ਹੋਣਗੇ, ਅਤੇ ਤੁਹਾਡੇ ਕੋਲ ਕੁਝ ਵੀ ਨਹੀਂ ਹੋਏਗਾ। ਤੁਸੀਂ ਤਾਂ ਇਹ ਹੀ ਦੱਸ ਸਕਦੇ ਹੋ ਕਿ ਭਾਈ ਮੈਂ ਆਹ ਕੀਤਾ ਸੀ, ਮੈਂ ਆਹ ਕੀਤਾ ਹੈਗਾ। ਸੋ ਕਿੱਦਾਂ ਸੋਚਦੇ ਹੋ ਕਿ ਕਿੱਦਾਂ ਆਪਣੇ ਆਪ ਨੂੰ ਪਾਰ ਲਗਾਓਗੇ? ਦੇਖੋ, ਅਸੀਂ ਪਿਛਲੇ 50 ਸਾਲਾਂ ਦੇ ਵਿੱਚ ਜਿੰਨੇ ਵਾਅਦੇ ਲੋਕਾਂ ਨਾਲ ਕੀਤੇ ਸੀਗੇ, ਇੱਕ ਸਵਾਏ ਜੇ ਬਲਾਕ ਦੀਆਂ ਰਜਿਸਟਰੀਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ ਟੈਕਨੀਕਲ ਰੀਜ਼ਨ ਹੈ, ਇੱਕ ਕੋਰਟ ਦੇ ਵਿੱਚੋਂ ਸੂਰਿਆਕਾਂਤ ਜੱਜ ਸਾਹਿਬ ਦੀ ਕੋਈ ਜੱਜਮੈਂਟ ਹੈਗੀ ਆ, ਉਹ ਅੜਚਨ ਆ ਰਹੀ ਹੈ। ਬਾਕੀ ਇਹਦੀ ਕੋਈ ਕੰਮ ਛੱਡਿਆ ਨਹੀਂ, ਰਾਦਰ ਜੋ ਲੋਕਾਂ ਨਾਲ ਪ੍ਰੋਮਿਸ ਕੀਤਾ ਜੀ ਤੋਂ ਫਾਲਤੂ ਉਤਰੇ ਆ। ਜੋ ਸਾਡੀ ਡਿਊਟੀ ਹੈ, ਕੋਈ ਸਹਾਨ ਨਹੀਂ ਕਿਸੇ ਤੇ, ਸਾਡੀ ਡਿਊਟੀ ਸੀ, ਮਤਲਬ ਇਹਦੀ ਡਿਊਟੀ ਨੂੰ ਆਪਣੀ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਅੱਗੇ ਵੀ ਤੁਸੀਂ ਦੇਖੋ 95 ਵਾਰਡ ਆ, 95 ਵਾਰਡਾਂ 'ਚੋਂ ਸਾਡੇ ਵਾਰਡ ਦੀ ਜਾ ਕੇ ਕੰਡੀਸ਼ਨ ਦੇਖ ਲਓ ਤੁਸੀਂ, ਮੇਰੇ ਖਿਆਲ ਨਾਲ ਬਹੁਤ ਅੱਛਿਆਂ 'ਚ ਹੋਏਗਾ, ਅਤੇ ਅਸੀਂ ਕੋਸ਼ਿਸ਼ ਕਰਾਂਗੇ 95 ਨੰਬਰ 1 'ਤੇ ਆਈਏ। ਇਸ ਤੋਂ ਬਾਅਦ ਜੀ ਅਸੀਂ ਤਾਂ ਇਹੀ ਲੈ ਕੇ ਲੋਕਾਂ ਕੋਲ ਫਰਿਆਦ ਜਾਵਾਂਗੇ। ਅਸੀਂ ਸਾਡੇ ਕੋਲ ਡਿਵੈਲਪਮੈਂਟ ਤੋਂ ਸਿਵਾਏ ਤਾਂ ਮੁੱਦਾ ਹੀ ਕੋਈ ਨਹੀਂ ਲੋਕਾਂ ਕੋਲ ਜਾਣ ਦਾ। ਅਸੀਂ ਡਿਵੈਲਪਮੈਂਟ ਕੀਤੀ ਹੈ, ਅਸੀਂ ਅੱਗੇ ਕਰਨ ਦਾ ਵਾਅਦਾ ਕਰਦੇ ਹਾਂ। ਪੂਰੇ ਇਸ 'ਚ ਵਿਰਾਸਤ, ਕਿਉਂਕਿ ਤੁਹਾਨੂੰ ਜਿਹੜੀ ਇਹ ਸਿਆਸਤ ਹੈ ਇਹ ਵਿਰਾਸਤ ਦੇ ਵਿੱਚ ਮਿਲੀ ਹੈ, ਅਤੇ ਤੁਹਾਡੇ ਦਾਦਾ ਜੀ ਦੇ ਨਾਮ 'ਤੇ ਤੁਸੀਂ ਇੱਕ ਸੜਕ ਬਣਵਾ ਪਾਏ, ਸ਼੍ਰੀ ਸਰਦਾਰੀ ਲਾਲ ਕਪੂਰ, ਤੁਸੀਂ ਮਾਰਗ ਬਣਵਾਤਾ। ਪਰ ਜੇ ਗੱਲਬਾਤ ਕਰੀਏ, ਲੋਕ ਇਹ ਕਹਿੰਦੇ ਹੈ ਕਿ ਉੱਥੇ ਵੀ ਟੈਕਨੀਕਲ ਫਾਲਟ ਹੋਣ ਦੇ ਕਾਰਨ ਜਿੱਥੇ ਉਹਨਾਂ ਦਾ ਨੀਂਹ ਪੱਥਰ ਲੱਗਾ, ਉਹ ਉੱਥੇ ਹਰ ਵੇਲੇ ਪਾਣੀ ਹੀ ਖੜਾ ਰਹਿੰਦਾ, ਅਤੇ ਮਤਲਬ ਤੁਸੀਂ ਸੜਕ ਇੱਕ ਬਣਵਾਈ, ਇੱਕ ਡੈਡੀਕੇਟ ਕੀਤੀ, ਜਿਹੜਾ ਸਭ ਤੋਂ ਵਧੀਆ ਆਪਣੇ ਬਜ਼ੁਰਗਾਂ ਨੂੰ ਦੇ ਨਾਮ 'ਤੇ, ਉਹਦੇ ਵੀ ਟੈਕਨੀਕਲ ਮਿਸਟੇਕ ਹੋਣ ਦੇ ਕਰਕੇ ਉੱਥੇ ਪਾਣੀ ਖੜਾ ਰਹਿੰਦਾ। ਕਿੱਥੋਂ ਅਸੀਂ ਤੁਹਾਡੀ ਕਾਬਲੀਅਤ ਮੰਨੀਏ? ਸਰ, ਇਹਦੇ ਵਿੱਚ ਪ੍ਰੋਬਲਮ ਕਿੱਥੇ ਹੈ ਕਿ ਜਿਹੜਾ ਸਾਡਾ ਸੀਵਰੇਜ ਸਿਸਟਮ ਹੈ, ਉਹ ਸੀਵਰੇਜ ਸਿਸਟਮ ਬਰਸਾਤਾਂ ਦੇ ਵਿੱਚ ਓਵਰਲੋਡਡ ਹੈ। ਜਿਹੜਾ ਟਰੀਟਮੈਂਟ ਪਲਾਂਟ ਹੁਣ ਅਸੀਂ ਲਗਾਉਣ ਜਾ ਰਹੇ ਆ, ਕਾਰਪੋਰੇਸ਼ਨ ਲੈਵਲ ਦੇ ਉੱਪਰ ਵੱਡਾ ਕਰ ਰਹੇ ਆ ਉਹਨੂੰ, ਉਹ ਜਦੋਂ ਹੋਏਗਾ ਸੀਵਰੇਜ ਦੀ ਜਿਹੜੀ ਕਪੈਸਿਟੀ ਉਹ ਵਧੇਗੀ, ਉਹਨਾਂ ਹੀ ਸਾਰੀਆਂ ਚੀਜ਼ਾਂ ਸੋਲਵ ਹੋਣੀਆਂ। ਇਕੱਲੀ ਇੱਕ ਮੇਰੇ ਇਸ ਰੋਡ ਬਣਾਉਣ ਨਾਲ ਜਾਂ ਉਹਨਾਂ ਸੀਵਰੇਜ ਸਿਸਟਮ ਠੀਕ ਨਹੀਂ ਹੋ ਸਕਦਾ। ਸੀਵਰੇਜ ਸਿਸਟਮ ਤਾਂ ਸਾਰੇ ਲੁਧਿਆਣੇ ਦਾ ਉਹ ਜਿਹੜੇ ਟਰੀਟਮੈਂਟ ਪਲਾਂਟ ਆ ਉਹਨਾਂ ਨਾਲ ਚੱਲਣਾ ਜੀ। ਜਿਹੜਾ ਉਹ ਹੁਣ ਇਸ ਵਾਰ ਪਾਏ ਹੋਏ ਆ ਟੈਂਡਰ, ਸਾਰੇ ਕੰਮ ਚੱਲ ਰਹੇ ਆ, ਠੀਕ ਹੋ ਜਾਏਗਾ ਜੀ। ਪਰ ਲੋਕ, ਮੈਂ ਅਲਫਾਜ਼ ਇਸਤੇਮਾਲ ਨਹੀਂ ਕੀਤੇ, ਲੋਕ ਇਹਨੂੰ ਬੜਾ ਕਮੇਡੀ ਸਟਾਈਲ ਦੇ ਵਿੱਚ ਕੁਝ ਹੋਰ ਵੀ ਕਹਿੰਦੇ ਆ, ਪਰ ਮੈਂ ਉਹ ਸਮਝਦਾ ਨਹੀਂ ਕਿ ਉਹ ਨਾਮ ਇੱਦਾਂ ਦਾ ਅਲਫਾਜ਼ ਇਸਤੇਮਾਲ ਕਰਨੇ ਚਾਹੀਦੇ, ਪਰ ਇਸ਼ਾਰਾ ਬਥੇਰਾ ਹੁੰਦਾ। ਚਲੋ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਸੁਨੀਲ ਕਪੂਰ ਜੀ ਨੂੰ, ਸੀਮਾ ਕਪੂਰ ਜੀ ਨੂੰ 5 ਸਾਲ ਮਿਲੇ, ਉਹਨਾਂ ਨੇ ਜੋ ਕੰਮ ਕਹੇ ਹੋਏ ਨਹੀਂ ਹੋਏ ਤਾਂ ਜਨਤਾ ਦੱਸੇਗੀ। ਕਿਉਂ ਅਗਲੇ 5 ਸਾਲ ਸੁਨੀਲ ਕਪੂਰ ਜੀ ਨੂੰ ਦਿੱਤੇ ਜਾਣ ਜਾਂ ਸੀਮਾ ਕਪੂਰ ਜੀ ਨੂੰ ਕਿਉਂ ਦਿੱਤੇ ਜਾਣ? ਵਾਈ? ਸਰ, ਇੱਕ ਪੋਲੀਟੀਕਲ ਬੰਦੇ ਕੋਲੋਂ ਲੋਕਾਂ ਦੀ ਜੋ ਖੁਆਇਸ਼ਾਂ ਹੁੰਦੀਆਂ, ਈਜ਼ੀ ਅਸੈਸਿਬਿਲਟੀ, ਡਿਵੈਲਪਮੈਂਟ ਦਾ ਕੰਮ, ਆਰਾਮ ਨਾਲ ਪੇਪਰ ਅਟੈਸਟੇਸ਼ਨ, ਦੁੱਖ ਸੁੱਖ 'ਚ ਸਾਂਝਾ, ਅਸੀਂ ਉਹ ਸਾਰੇ ਕੰਮ ਕੀਤੇ ਆ। ਅਸੀਂ ਉਹਦੇ ਲੋਕਾਂ 'ਚ ਜਾ ਕੇ ਉਹੀ ਆਪਣੀ ਫਰਿਆਦ ਕਰਾਂਗੇ, ਅਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਾਡਾ ਵਾਰਡ ਆ ਉਹ 95 'ਚੋਂ 1 ਹੋਵੇ। ਅਸੀਂ ਇੰਨੀ ਕੋਸ਼ਿਸ਼ 'ਚ ਅਗਲੀ ਵਾਰ ਲਈ ਫਿਰ ਫਰਿਆਦ ਕਰਾਂਗੇ ਜੀ। ਪਰ ਫਿਰ ਵੀ ਕੋਈ ਇਹੋ ਜਿਹੇ ਕੰਮ ਜਿਹੜੇ ਤੁਹਾਨੂੰ ਲੱਗਦੇ ਹੋਣ ਕਿ ਤੁਸੀਂ ਇਸ ਵਾਰੀ ਨਹੀਂ ਕਰ ਪਾਏ, ਅਤੇ ਜੇ ਤੁਹਾਨੂੰ ਦੁਬਾਰਾ ਮੌਕਾ ਮਿਲੇ ਤਾਂ ਤੁਸੀਂ
ਜਿਹੜਾ ਤੁਹਾਡਾ ਇਹ ਵਾਰਡ ਨੰਬਰ 73 ਹੈ ਇਹਨੂੰ ਕਿੱਦਾਂ, ਜਿਵੇਂ ਉਹ ਅੱਜਕੱਲ੍ਹ ਤੁਹਾਡੇ ਮੈਨੂੰ ਯਾਦ ਆ ਗਿਆ ਕਿ ਸਮਾਰਟ ਸਿਟੀ ਦੇ ਵਿੱਚ ਵਾਰਡਾਂ ਦਾ ਵੀ ਇੱਕ ਕੰਪੀਟੀਸ਼ਨ ਕਰਾਇਆ ਜਾਂਦਾ ਹੈ ਅਤੇ ਉਹਦੇ ਵਿੱਚ ਵੀ ਇਨਾਮ ਮਿਲਦਾ ਹੈ। ਸੋ ਕਿੱਦਾਂ ਇਸ ਨੂੰ, ਜਿਵੇਂ ਤੁਸੀਂ ਕਹਿਣਾ ਤਾਂ ਬੜਾ ਸੌਖਾ ਹੁੰਦਾ ਕਿ ਅਸੀਂ ਕਹਾਂਗੇ 1 ਨੰਬਰ 'ਤੇ ਆ ਜਾ, 73 ਨੰਬਰ 'ਤੇ ਹੈਗੇ ਆ, ਇੱਕ 'ਤੇ ਕਿਵੇਂ ਆਵਾਂਗੇ? ਭਾਜੀ ਤੁਸੀਂ ਤੇ ਸਾਰੇ ਸ਼ਹਿਰ 'ਚ ਘੁੰਮਦੇ ਹੋ, ਅਗਰ ਤੁਸੀਂ ਅੱਜ ਵੀ ਚੈੱਕ ਕਰ ਲਓ ਤੇ ਅਸੀਂ ਅਬਵ 91 ਤੋਂ ਹੋਵਾਂਗੇ। ਅੱਛਾ, ਜੋ ਸਾਡੇ ਵਾਰਡ ਆ, ਮਤਲਬ ਅਗਰ ਉਹ 1 2 3 4 5 ਗਿਣੋਗੇ ਉਹਨਾਂ ਦੇ ਵਿੱਚ ਹੀ 3 4 'ਚ ਹੋਵਾਂਗੇ ਅਸੀਂ। ਇਹ ਨਹੀਂ ਹੈ ਕਿ ਉਹ ਪਿਛਲੇ 95 'ਚ ਗਿਣਤੀ 'ਚ ਹੈਗੇ। ਅੱਛਾ, ਅਸੀਂ ਆਪਣੀ ਗਿਣਤੀ ਤੇ ਉਹੀ ਤਾਂ ਕਹਿ ਰਿਹਾ, ਆਖਰੀ ਜਿਹੜੇ 4 ਬੰਦੇ ਹੁੰਦੇ ਨਾ ਰੇਸ ਦੇ ਵਿੱਚ, ਉਹਨਾਂ ਨੂੰ ਹੀ ਪਾਰ ਪਾਣਾ ਜਿਹੜਾ ਹੈਗਾ ਮੁਸ਼ਕਲ ਹੁੰਦਾ ਹੈ ਫਸਟ ਆਉਣ ਲਈ। ਜਿਹੜੇ ਪਿਛਲੇ ਤਾਂ ਮੁੰਡੀਰ ਦੇ ਤਾਂ ਸਾਰੇ ਹੀ ਲੱਗੇ ਹੁੰਦੇ ਆ ਜੀ। ਸਰ ਮੈਨੂੰ ਦੱਸੋ ਤੁਸੀਂ ਆਹ ਵਾਲੀ ਲੇਨ ਜਿਹੜੀ ਹਾਰਟ ਲਾਈਨ ਹੈ, ਲਾਲਾ ਸਰਦਾਰੀ ਲਾਲ ਕਪੂਰ ਮਾਰਗ ਬਣਿਆ ਹੈ, ਉਸ ਲਾਈਨ ਇੱਕ ਟੈਕਨੀਕਲ ਫਾਲਟ ਗਿਣਾਤਾ, ਤੁਸੀਂ ਮੰਨ ਗਏ? ਨਹੀਂ, ਅਸੀਂ ਮੰਨ ਗਏ। ਅਸੀਂ ਉਹ ਮੇਰੇ ਵਾਰਡ ਲੈਵਲ ਤੇ ਹੀ ਪ੍ਰੋਬਲਮ ਨਹੀਂ ਹੈ। ਉਹ ਜਦ ਤੱਕ ਟ੍ਰੀਟਮੈਂਟ ਪਲਾਂਟ ਨਹੀਂ ਠੀਕ ਹੋਣਾ, ਬਰਸਾਤ ਤੇ ਓਵਰਲੋਡਡ ਬੰਦ ਨਹੀਂ ਹੋਣਾ, ਉਹ ਤੁਸੀਂ ਠੀਕ ਨਹੀਂ ਕਰ ਸਕਦੇ। ਲੇਕਿਨ ਜਿਹੜੀ ਚੀਜ਼ ਦੀ ਸਮੱਸਿਆ ਸਾਡੇ ਹੱਥ ਹੈ, ਜਿੱਦਾਂ ਹੁਣ ਜੀ ਬਲਾਕ ਦੇ ਵਿੱਚ ਪਾਣੀ ਦੀ ਸਮੱਸਿਆ ਸੀ, ਅਸੀਂ ਸੁਨੇਤ ਤੋਂ ਪਾਣੀ ਕੰਟਰੋਲ ਕਰ ਸਕਦੇ ਸੀ, ਅਸੀਂ ਕੀਤਾ। ਉਹ ਤੁਸੀਂ ਤਾਂ ਨਹਿਰੀ ਪਾਣੀ ਦਾ ਟੈਂਡਰ ਵੀ ਨਹੀਂ ਕਰਵਾ ਪਾਏ, ਜਿਹੜਾ ਕਿ ਤੁਹਾਡਾ VIP ਮੰਤਰੀ ਹੋਵੇ, ਸਭ ਕੁਝ ਹੋਵੇ, ਤੁਹਾਡੇ ਵਾਰਡ ਨੂੰ ਵੀ ਪਾਣੀ ਮਿਲਣਾ ਸੀ, ਨਹਿਰੀ ਪਾਣੀ ਦਾ ਟੈਂਡਰ ਹੀ ਨਹੀਂ ਕਰਵਾ ਪਾਏ। ਦੱਸੋ ਭਾਜੀ, ਸਾਡਾ ਮੂੰਹ ਨਾ ਖੁਲਵਾਓ ਤੁਸੀਂ, ਫੇਰ ਕਹੋਗੇ ਕਿ ਪੁੱਛਦਾ ਸਵਾਲ ਬੜੇ ਪੁੱਛਦਾ। ਭਾਜੀ ਉਹ ਵੱਡੇ ਲੈਵਲ ਦੀਆਂ ਗੱਲਾਂ, ਮੈਂ ਤਾਂ ਸਿਰਫ ਵਾਰਡ ਲੈਵਲ ਤੱਕ ਸੀਮਤ ਹਾਂ। ਸਰਦਾਰੀ ਲਾਲ ਕਪੂਰ ਜੀ ਤੋਂ ਵੱਡਾ ਲੈਵਲ ਕਿਹੜਾ ਸੀਗਾ ਲੁਧਿਆਣੇ? ਸਰਦਾਰੀ ਲਾਲ ਕਪੂਰ ਜੀ ਮੰਤਰੀ ਸੀਗੇ, ਫਰੀडम ਫਾਈਟਰ ਸੀਗੇ, ਉਹ ਹਰ ਕੰਮ ਕਰ ਸਕਦੇ। ਲੇਕਿਨ ਮੈਂ ਤਾਂ ਇੱਕ ਉਹਨਾਂ ਦੇ ਮਹਿਕਮੇ ਦਾ ਸਭ ਤੋਂ ਲੋਐਸਟ ਪੋਸਟ 'ਤੇ ਬੈਠਾ, ਜਿਹੜਾ ਕਾਉਂਸਲਰ ਹੁੰਦਾ ਜੀ, ਜਿੱਥੋਂ ਸਟਾਰਟ ਹੁੰਦਾ। ਮੈਂ ਆਪਣੇ ਵਾਰਡ ਲਈ ਜੋ ਕਰ ਸਕਦਾ, ਮੇਰਾ ਖਿਆਲ ਮੈਂ ਕੋਈ ਕਮੀ ਛੱਡੀ ਨਹੀਂ ਜੀ। ਬਾਕੀ ਲੋਐਸਟ ਕਹਿੰਦੇ ਹੋ, ਅਸੀਂ ਇਹਨੂੰ ਕਹਿੰਦੇ ਕਿ ਇਹ ਜ਼ਮੀਨੀ ਹਕੀਕਤ ਹੈ। ਜਿਹਨੇ ਜ਼ਮੀਨ ਦੇਖ ਲਈ, ਉਹ ਜਦੋਂ ਉੱਪਰ ਉੱਠਦਾ ਹੈ ਨਾ, ਤੇ ਉਹਨੂੰ ਇਹ ਵੀ ਪਤਾ ਹੁੰਦਾ ਕਿ ਜ਼ਮੀਨ ਨਾਲ ਜੁੜਾਵ ਕਿੱਦਾਂ ਦਾ। ਉਹ ਹੁਣ ਉਹ ਜਨਤਾ, ਫਿਰ ਮੈਂ ਕਹਿੰਦਾ ਜਨਤਾ ਸੁਪਰੀਮ ਹੈ ਜੀ। ਅਗਰ ਉਹ ਉੱਪਰ ਦੇਖਣਾ ਚਾਹੁੰਦੀ ਤੇ ਉੱਪਰ ਲੈ ਜਾਊਗੀ, ਅਗਰ ਥੱਲੇ ਦੇਖਣਾ ਚਾਹੂਗੀ ਥੱਲੇ ਲੈ ਜਾਊਗੀ। ਇਹ ਤੇ ਉਹਨਾਂ ਤੇ ਹੈ ਜੀ। ਅਸੀਂ ਆਪਣੇ ਕੰਮ ਕੀਤੇ ਜ਼ਰੂਰ ਉਹਨਾਂ ਨੂੰ ਗਿਣਾਵਾਂਗੇ, ਹੱਕ ਤੇ ਉਹਨਾਂ ਦਾ ਸਾਰੀਆਂ ਚੀਜ਼ਾਂ ਕਰਨ ਦਾ ਜੀ। ਅਸੀਂ ਤੇ ਆਪਣੇ ਐਫਰਟ ਜਿੰਨੇ ਸਾਡੇ ਜੀ ਜਾਨ ਲਾ ਕੇ ਅਸੀਂ ਕੰਮ ਕਰ ਸਕਦੇ ਅਸੀਂ ਕੀਤੇ ਆ। ਪਸੰਦ ਉਹਨਾਂ ਦੀ ਹੋਣੀ ਚਾਹੀਦੀ ਹੈ, ਕਿਉਂਕਿ ਪਸੰਦ ਉਹਨਾਂ ਤੋਂ ਹੈ। ਸਾਨੂੰ ਤਾਂ ਆਪਣਾ ਆਪ ਹਰ ਚੀਜ਼ ਅੱਛੀ ਲੱਗਦੀ ਹੈ, ਅਸੀਂ ਕੀਤੀ ਵੀ ਅੱਛੀ ਹੈ, ਲੇਕਿਨ ਉਹਨਾਂ ਨੂੰ ਜ਼ਰੂਰ ਪਸੰਦ ਆਉਣੀ ਚਾਹੀਦੀ ਹੈ। ਸਰ ਇੱਦਾਂ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਕਿ ਆਮ ਆਦਮੀ ਪਾਰਟੀ ਵਾਲੇ ਹੀ ਕਰ ਰਹੇ, ਓਬਵੀਅਸ ਹੈ। ਉਹ ਕਹਿ ਰਹੇ ਕਿ ਬਹੁਤ ਸਾਰੇ ਜਿਹੜੇ ਕਾਉਂਸਲਰ ਹੈਗੇ ਆ, ਉਹ ਵੀ ਹੁਣ ਜਿਵੇਂ ਸਾਡੇ ਕਾਂਗਰਸ ਦੇ ਬਹੁਤ ਸਾਰੇ ਬੰਦੇ ਜਿਹੜੇ ਸੀਨੀਅਰ ਨੇਤਾ ਸੀਗੇ, ਉਹ ਵਿਧਾਇਕੀ ਦੇ ਇਲੈਕਸ਼ਨ 'ਚ ਫਟਾਫਟ ਉੱਧਰ ਚਲੇ ਗਏ ਸੀਗੇ, ਅਤੇ ਉਹਨਾਂ ਨੇ ਉੱਧਰ ਜਾ ਕੇ ਟਿਕਟਾਂ ਲੈ ਲਈਆਂ ਅਤੇ ਜਿੱਤ ਵੀ ਗਏ। ਅੱਜ ਉਹਨਾਂ ਦੇ ਘਰਾਂ 'ਚ ਸਿਹਰੇ ਬੰਨੇ ਹੋਏ ਆ। ਸੋ ਇੱਦਾਂ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀ ਕਿ ਕਾਉਂਸਲਰ 'ਚ ਵੀ ਇੱਦਾਂ ਦਾ ਹੀ ਹੋਣ ਵਾਲਾ ਹੈ। ਬਹੁਤ ਸਾਰੇ ਲੋਕ ਕਹਿ ਰਹੇ ਕਿ ਅਸੀਂ ਨਹੀਂ ਕਹਿ ਰਹੇ ਕਿ ਜਿਹੜੇ 95 ਕਾਉਂਸਲਰ ਹੈ, ਉਹਦੇ ਵਿੱਚੋਂ ਲਗਭਗ 60-65 ਤਾਂ ਕਾਉਂਸਲਰ ਹੀ ਆਉਣ ਲਈ ਤਿਆਰ ਹੈ। ਤੁਹਾਨੂੰ ਪਤਾ ਇਹਨਾਂ ਦੀ ਸੂਚੀ ਕਿਹੜੀ ਹੈ, ਜਾਂ ਇਹਨਾਂ 'ਚ ਕਿਸੇ ਦਾ ਨਾਮ ਤੁਸੀਂ ਦੱਸ ਸਕੋ? ਨਹੀਂ, ਇੱਦਾਂ ਦਾ ਬੰਦਾ ਮੇਰੇ ਟੱਚ 'ਚ ਤੇ ਕੋਈ ਨਹੀਂ ਹੈਗਾ ਜੀ। ਬਾਕੀ ਹਰ ਬੰਦੇ ਦੀ ਆਪਣੀ ਸੋਚ ਹੈ ਜੀ, ਜੋ ਕਰਨਾ ਚਾਹੇ। ਆਜ਼ਾਦ ਹਿੰਦੁਸਤਾਨ ਹੈ, ਜੋ ਮਰਜ਼ੀ ਕਰੇ ਜੀ। ਤੇ ਕਪੂਰ ਸਾਹਿਬ ਦਾ ਕੀ ਸਟੇਟ? ਮੈਂ ਉੱਥੇ ਹੀ ਖੜਾ ਜੀ, ਜੋ ਮੇਰਾ ਪਰਿਵਾਰ ਜਿੱਥੇ ਖੜਾ, ਮੇਰੀ ਪਾਰਟੀ ਜਿੱਥੇ ਖੜੀ, ਮੈਂ ਖੜਾ ਜੀ। ਜੇ ਪਤਾ ਲੱਗੇ ਕਿ ਉੱਧਰ ਜਾ ਕੇ ਜਿੱਤ ਮਿਲਦੀ ਹੈ, ਇੱਧਰ ਹਾਰ ਮਿਲਦੀ ਹੈ, ਫਿਰ ਕੀ ਕਰਾਂਗੇ? ਕੋਈ ਗੱਲ ਨਹੀਂ ਜੀ, ਇਹ ਜਨਤਾ ਨੇ ਕੰਮ ਕੀਤੇ ਦੇਣੇ ਜੀ। ਪਾਰਟੀਆਂ ਨਾਲ ਜਿੱਤ ਹਾਰ ਥੋੜੀ ਹੁੰਦੀ ਹੈ ਜੀ। ਪਾਰਟੀ ਸੁਪਰੀਮ ਹੁੰਦੀ ਹੈ। ਪਾਰਟੀ ਦੇ ਵਿੱਚ ਰਹਿ ਕੇ ਕੰਮ ਕੀਤੇ, ਜੋ ਲੋਕਾਂ ਨੂੰ ਪਸੰਦ ਹੈ, ਵੋਟਾਂ ਤੇ ਉਸ ਕਰਕੇ ਪੈਣੀ ਹੈ। ਪਾਰਟੀ ਨਾਲ ਇਕੱਲੀ ਥੋੜੀ ਪੈਂਦੀ ਹੈ ਜੀ। ਪਰ ਲੋਕੀ ਕਹਿੰਦੇ ਕਿ ਪੋਲਿਟਿਕਸ ਦਾ ਅਸੂਲ ਹੈ, ਕਹੋ ਕੁਛ ਕਰੋ ਕੁਛ ਔਰ ਦਿਖੇ ਕਿ ਰਿਜ਼ਲਟ ਕੁਛ ਹੋਣਾ ਚਾਹੀਦਾ। ਇੱਦਾਂ ਤਾਂ ਨਹੀਂ ਆਪਾਂ ਕੈਮਰੇ ਅੱਗੇ ਕੁਛ ਹੋਰ ਕਰ ਰਹੇ ਹਾਂ, ਇੱਥੇ ਕੁਛ ਜ਼ਿੰਦਾਬਾਦ ਕਰ ਰਹੇ ਹਾਂ, ਅਤੇ ਪਿੱਛੋਂ ਯੂ ਟਰਨ ਲੈ ਰਹੇ ਹੋ? ਨਹੀਂ ਭਾਜੀ, ਮੈਂ ਹਾਲੇ ਇੱਦਾਂ ਦੀ ਨਾ ਨੇਚਰ ਵਾਲਾ, ਨਾ ਇੱਦਾਂ ਦਾ ਪੋਲੀਟੀਸ਼ੀਅਨ ਹੈ। ਮੈਂ ਤਾਂ ਸਾਫ਼ ਸੁਥਰੀ ਰਾਜਨੀਤੀ ਕਰਨ 'ਚ ਯਕੀਨ ਕਰਦਾ ਜੀ। ਠੀਕ ਹੈ ਸਰ, ਥੈਂਕ ਯੂ ਸਰ। ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਸੁਨੀਲ ਕਪੂਰ ਜੀ। ਬਹੁਤ ਸਾਰੀਆਂ ਗੱਲਾਂ ਅੱਜ ਇਹਨਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਇਹਨਾਂ ਨੂੰ ਪੁੱਛਣ ਦਾ ਮੌਕਾ ਮਿਲਿਆ ਕਿ ਕਿਉਂ ਇਹਨਾਂ ਨੂੰ ਦੁਬਾਰਾ ਅਗਲੇ 5 ਸਾਲ ਦਿੱਤੇ ਜਾਣ, ਜਾਂ ਕਿਉਂ ਇਹਨਾਂ ਨੇ ਕਿਹੜੇ ਇਹੋ ਜਿਹੇ ਕੰਮ ਕੀਤੇ ਹੈਗੇ ਆ ਪਿਛਲੇ 50 ਸਾਲਾਂ 'ਚ, ਕੀ ਇਹਨਾਂ ਦੀ ਅਚੀਵਮੈਂਟਸ ਹੈ। ਇਹ ਸਾਰੀਆਂ ਗੱਲਾਂ ਇਹਨਾਂ ਨਾਲ ਕਰਨ ਦਾ ਸਾਨੂੰ ਇੱਕ ਮੌਕਾ ਮਿਲਿਆ। ਸੋ ਇਹ ਸੀ ਸਾਡੀ ਫਿਲਹਾਲ ਇਸ ਵੇਲੇ ਦੀ ਰਿਪੋਰਟ। ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।